ਉਸ ਤੋਂ ਬਾਅਦ ਆਪਣੇ ਕੋਲੇ ਕੀ ਆ ਜਾਂਦਾ, ਹੈਡਿੰਗ ਬਣਾ ਕੇ ਤੁਸੀਂ ਲਿਖ ਲਓ ਕਾਗੂਲੇਸ਼ਨ ਵੈਲਿਊ ਔਰ ਫਲਕੂਲੇਸ਼ਨ ਵੈਲਿਊ। ਇਹਦੇ ਵਿੱਚ ਕੀ ਲਿਖੋਗੇ, ਦਾ ਮਿਨੀਮਮ ਕੰਸਨਟ੍ਰੇਸ਼ਨ ਆਫ ਐਨ ਇਲੈਕਟ੍ਰੋਲਾਈਟ, ਜਿਹੜਾ ਤੁਸੀਂ ਐਡ ਕਰ ਰਹੇ ਹੋ ਬਾਹਰੋਂ, ਹੈ ਨਾ। ਦਾ ਮਿਨੀਮਮ ਕੰਸਨਟ੍ਰੇਸ਼ਨ ਆਫ ਐਨ ਇਲੈਕਟ੍ਰੋਲਾਈਟ ਵਿਚ ਇਜ਼ ਰਿਕੁਆਇਰਡ ਟੂ cause the coagulation of Soule is known as coagulation value or flocculation value। मतलब जिन्नी क ਆਪਾਂ ਨੂੰ ਘੱਟੋ ਘੱਟ ਚਾਹੀਦੀ ਹੈ ਉਹਦੀ ਕੰਸਨਟ੍ਰੇਸ਼ਨ, ਮਿਨੀਮਮ ਕੰਸਨਟ੍ਰੇਸ਼ਨ, ਠੀਕ ਹੈ। ਔਰ ਇਹਦੇ 'ਚ ਨਾ ਇੱਕ ਬ੍ਰੈਕਟ ਦੇ ਵਿੱਚ ਲਿਖ ਲਿਓ ਮਿਲੀਮੋਲਸ ਪਰ ਲੀਟਰ ਦੇ ਵਿੱਚ ਇਹ ਯੂਜ਼ ਹੁੰਦੀ ਹੈ, ਮਿਲੀਮੋਲਸ ਪਰ ਲੀਟਰ ਦੇ ਵਿੱਚ। ਇਹਨੂੰ ਭਾਵੇਂ ਨਾਲ ਹੀ ਲਿਖ ਲਿਓ, ਮਿਨੀਮਮ ਕੰਸਨਟ੍ਰੇਸ਼ਨ ਆਫ ਐਨ ਇਲੈਕਟ੍ਰੋਲਾਈਟ ਬ੍ਰੈਕਟ ਦੇ ਵਿੱਚ ਇਨ ਮਿਲੀਮੋਲਸ, ਹੈ ਨਾ, ਇਜ਼ ਰਿਕੁਆਇਰਡ ਟੂ ਕਾਜ਼ ਕਾਗੂਲੇਸ਼ਨ। ਉਹਨੂੰ ਕੀ ਕਹਿੰਦੇ, ਕਾਗੂਲੇਸ਼ਨ ਜਾਂ ਫਲਕੂਲੇਸ਼ਨ ਵੈਲਿਊ। ਇਹ ਬੁਕਿਸ਼ ਜਿਹੜੀ ਜਾਂ ਜਿੱਦਾਂ ਐਗਜ਼ਾਮ 'ਚ ਲਿਖ ਕੇ ਆਉਣਾ ਉਹ ਵਾਲੀ ਤੁਹਾਨੂੰ ਵਰਡਿੰਗ ਲਿਖਾਈ ਆ। ਅਤੇ ਸਿੰਪਲ ਤਾਂ ਇਹੀ ਹੈ ਕਿ ਓਪੋਜ਼ਿਟ ਚਾਰਜ ਕਰਾਉਂਦਾ ਹੈ ਅਤੇ ਜਿੰਨਾ ਉਹਦੀ ਘੱਟ ਯੂਜ਼ ਹੋਏਗੀ ਅਮਾਊਂਟ, ਉਨਾ ਕਾਗੂਲੇਸ਼ਨ ਵੈਲਿਊ ਜ਼ਿਆਦਾ ਹੋਏਗੀ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਨਾ ਸਟਾਰ ਪੁਆਇੰਟ ਬਣਾ ਲਓ। ਸਟਾਰ ਪੁਆਇੰਟ ਬਣਾ ਕੇ ਇਹ ਕਾਗੂਲੇਸ਼ਨ ਜਿਹੜੀ ਸੀਗੀ ਲੀਓਫੋਬਿਕ ਦੇ ਲਈ ਯੂਜ਼ ਕਰਦੇ ਹਾਂ, ਲੀਓਫਿਲਿਕ ਦੇ ਲਈ ਕਾਗੂਲੇਸ਼ਨ ਆਫ ਲੀਓਫਿਲਿਕ ਸੋਲ ਦੇ ਲਈ ਥੋੜ੍ਹੀ ਜਿਹੀ ਅਲੱਗ ਹੈਗਾ। ਅਲੱਗ ਹੈ ਕੁਛ ਨਹੀਂ, ਮਤਲਬ ਦੋਨਾਂ ਸੋਲ ਦਾ ਤੁਹਾਨੂੰ ਪਤਾ ਸਟੇਬਿਲਿਟੀ ਦਾ ਫਰਕ ਹੈ, ਦੋਨਾਂ ਸੋਲ ਦੀ ਪ੍ਰੋਪਰਟੀਜ਼ ਦਾ ਫਰਕ ਹੈ, ਤਾਂ ਥੋੜ੍ਹੀ ਜਿਹੀ ਵੈਲਿਊ ਇਹਦੀ ਥੋੜ੍ਹੀ ਜਿਹੀ ਚੇਂਜ ਹੈਗੀ। ਤਾਂ ਸਟਾਰ ਪੁਆਇੰਟ ਬਣਾ ਕੇ ਲਿਖ ਲਓ ਅਲੱਗ ਕਾਗੂਲੇਸ਼ਨ ਆਫ ਲੀਓਫਿਲਿਕ ਸੋਲ, ਹੈ ਨਾ। ਲਿਖੋ ਐਜ਼ ਵੀ ਨੋ ਲੀਓਫਿਲਿਕ ਸੋਲਸ ਆਰ ਮੋਰ ਸਟੇਬਲ ਦੈਨ ਲੀਓਫੋਬਿਕ ਸੋਲ। The stability of leophilic soul is due to main ਉਹਦੇ ਕਿਹੜੇ ਕਿਹੜੇ ਕਾਰਨ ਸੀ। ਇੱਕ ਤਾਂ ਫਸਟ ਵਨ ਇਜ਼ ਦਾ ਚਾਰਜ, ਸੈਕੰਡ ਵਨ ਜਿਹੜੀ ਹੈਗੀ ਹੈ ਸੋਲਵੇਸ਼ਨ ਆਫ ਕੋਲਾਈਡਲ ਪਾਰਟੀਕਲ। ਸੋਲਵੇਸ਼ਨ ਆਫ ਕੋਲਾਈਡਲ ਨੂੰ ਤੁਸੀਂ ਇਹ ਲਿਖ ਸਕਦੇ ਹੋ ਗ੍ਰੇਟੈਸਟ ਜਿਹੜੀ ਅਫਿਨਿਟੀ ਬਿਟਵੀਨ ਦਾ ਪਾਰਟੀਕਲ, ਹੈ ਨਾ, ਉਹਨੂੰ ਸੋਲਵੇਸ਼ਨ ਵੀ ਕਹਿੰਦੇ ਆ। ਅਤੇ ਅੱਗੇ ਫਿਰ ਇਹ 'ਚ ਲਿਖੋਗੇ ਥੋੜ੍ਹੀ ਜਿਹੀ ਥਿਊਰੀ ਟਾਈਪ ਬਣਦੀ ਹੈ, ਇੱਕ ਸਿੰਪਲ ਲਿਖਦੇ ਹਾਂ, ਜਦੋਂ ਦੋਨੋਂ ਫੈਕਟਰ ਆਪਾਂ ਰਿਮੂਵ ਕਰ ਦਈਏ ਲੈਟ, ਤਾਂ ਲੀਓਫਿਲਿਕ ਈਜ਼ਲੀ ਕਾਗੂਲੇਟ ਹੋ ਜੂਗੀ। ਇਹ ਦੋਨੇ ਫੈਕਟਰ ਰਿਮੂਵ ਕਰਨ ਦੇ ਕਿਹੜੇ ਕਿਹੜੇ ਤਰੀਕੇ ਹੋ ਸਕਦੇ ਨੇ, ਬਾਈ ਐਡਿੰਗ ਇਲੈਕਟ੍ਰੋਲਾਈਟ ਜਾਂ ਬਾਈ ਐਡਿੰਗ ਸੁਟੇਬਲ ਸੋਲਵੈਂਟ। ਤਾਂ ਇਹਨੂੰ ਫਿਰ ਤੁਸੀਂ ਕੀ ਲਿਖੋਗੇ, ਆਹ 2 ਪੁਆਇੰਟ ਲਿਖਣ ਤੋਂ ਬਾਅਦ, ਵੈਨ ਥੀਜ਼ 2 ਫੈਕਟਰਸ ਆਰ ਰਿਮੂਵਡ ਲੀਓਫਿਲਿਕ ਸੋਲ ਕੈਨ ਬੀ ਕਾਗੂਲੇਟਡ। ਥੀਜ਼ ਕੈਨ ਬੀ ਡਨ ਬਾਈ ਫਸਟ ਵਨ ਬਾਈ ਐਡਿੰਗ ਇਲੈਕਟ੍ਰੋਲਾਈਟ, ਸੈਕੰਡ ਵਨ ਬਾਈ ਐਡਿੰਗ ਸੁਟੇਬਲ ਜਿਹੜਾ ਹੈਗਾ ਸੋਲਵੈਂਟ ਹੈ, ਸਟੇਬਲ ਸੋਲਵੈਂਟ। ਇਨ ਦਿਸ ਵੇ ਦੇ ਕੈਨ ਈਜ਼ਲੀ ਕਾਗੂਲੇਟ। ਲੀਓਫਿਲਿਕ ਦੀ ਗੱਲ ਕਰਦੇ ਹਾਂ। ਨੈਕਸਟ ਵਨ ਅੱਗੇ ਟੌਪਿਕ ਆਉਂਦਾ ਆਪਣੇ ਕੋਲ, ਇਹਦੇ ਅੱਗੇ ਸਟਾਰ ਪੁਆਇੰਟ ਬਣਾ ਲਓ। ਜਿਹੜਾ ਸੈਕਿੰਡ ਜਿਹੜਾ ਤੁਹਾਨੂੰ ਦੱਸਿਆ ਸੀ ਹਾਰਡ ਇਸ਼ੂ ਰੂਲ ਦਾ, ਜਿਹੜਾ ਨੈਕਸਟ ਜਿਹੜਾ ਪ੍ਰੋਟੈਕਸ਼ਨ ਆਉਂਦੀ ਹੈ। ਹੁਣ ਆਪਾਂ ਨੂੰ ਇੱਕ ਗੱਲ ਦਾ ਪਤਾ ਕਿ ਲੀਓਫੋਬਿਕ ਸੋਲ ਜਿਹੜੇ ਕੋਸਟਲੀ ਐਲੀਮੈਂਟ ਦੇ ਬਣਦੇ ਨੇ ਅਤੇ ਬਣਾਉਣੇ ਔਖੇ ਨੇ, ਡਿਫਰੈਂਟ ਮੈਥਡ ਨੇ, ਤਾਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਆਪਾਂ। ਕਾਗੂਲੇਸ਼ਨ ਵੀ ਜਲਦੀ ਹੋ ਜਾਂਦੀ ਉਹਨਾਂ ਦੀ। ਤਾਂ ਕਾਗੂਲੇਸ਼ਨ ਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ, ਹਾਰਡੇ ਦੇ ਅਕੋਰਡਿੰਗ ਅੱਗੇ ਸਟੈਪ ਬਾਈ ਸਟੈਪ ਅਗਲਾ ਪੁਆਇੰਟ ਆਉਂਦਾ। ਇਹਨੂੰ ਹਾਈਲਾਈਟ ਕਰਕੇ ਲਿਖ ਲਓ, ਟੂ ਮੱਚ ਇੰਪੋਰਟੈਂਟ ਹੈ। ਪ੍ਰੋਟੈਕਸ਼ਨ ਆਫ ਕੋਲਾਈਡ, ਪ੍ਰੋਟੈਕਸ਼ਨ ਆਫ ਕੋਲਾਈਡ ਬ੍ਰੈਕਟ ਦੇ ਵਿੱਚ ਲਿਖ ਲਿਓ ਗੋਲਡ ਨੰਬਰ, ਬੜਾ ਇੰਪੋਰਟੈਂਟ ਹੈ। 7 ਸਟਾਰ ਬਣਾ ਲਿਓ ਗੋਲਡ ਨੰਬਰ। ਇਹਦੇ 'ਚ ਹੁੰਦਾ ਕੀ ਹੈਗਾ, ਦੇਖੋ ਸਿੰਪਲ ਜੀ ਗੱਲ ਹੈ, ਕੋਲਾਈਡ ਨੂੰ ਤੁਸੀਂ ਪ੍ਰੋਟੈਕਟ ਕਰਨਾ ਹੈ। ਕਾਹ ਤੋਂ, ਕਿਸ ਚੀਜ਼ ਤੋਂ ਪ੍ਰੋਟੈਕਟ ਕਰਨਾ, ਕਾਗੂਲੇਸ਼ਨ ਤੋਂ। ਕਾਗੂਲੇਸ਼ਨ ਕਿਉਂ ਹੋਈ ਸੀ, ਇਲੈਕਟ੍ਰੋਲਾਈਟ ਦੇ ਐਡ ਹੋਣ ਨਾਲ। ਤਾਂ ਇਲੈਕਟ੍ਰੋਲਾਈਟ ਦੇ ਐਡ ਕਰਨ ਦੇ ਨਾਲ ਕੁਛ ਨਾ ਕੁਛ ਤੁਹਾਨੂੰ ਇਹੋ ਜਿਹਾ ਐਡ ਕਰਨਾ ਪਊਗਾ ਜਿਹੜਾ ਉਹਦੀ ਪ੍ਰੋਟੈਕਸ਼ਨ, ਮਤਲਬ ਚਾਰਜ ਵੀ ਖਤਮ ਕਰ ਦੇ ਬਟ ਕਾਗੂਲੇਟ ਵੀ ਨਾ ਹੋਣ ਦੇਵੇ। ਉਹ ਚੀਜ਼ ਜਿਹੜੀ ਹੋਊਗੀ ਉਹ ਕਿਵੇਂ ਮੇਜਰ ਹੋਊਗੀ, ਉਹ ਗੋਲਡ ਨੰਬਰ ਦਾ ਨਾਮ ਦਿੱਤਾ ਸਾਇੰਟਿਸਟ ਨੇ। ਤਾਂ ਇਹਦਾ ਡੈਫੀਨੇਸ਼ਨ ਦੀ ਜਦੋਂ ਗੱਲ ਕਰਾਂਗੇ, ਸਿੰਪਲ ਜੀ ਗੱਲ ਹੈ, ਲਿਖੋ ਡੈਫੀਨੇਸ਼ਨ। The minimum amount of protective collide, the minimum amount of protective collide in milligram, याद रखना, in milligram required to just prevent the coagulation, required to just prevent the coagulation of 10 ml of gold solution। ਹੁਣ ਗੋਲਡ ਕੋਸਟਲੀ ਮੈਟਲ, ਲੀਓਫੋਬਿਕ, ਸਪੈਸ਼ਲ ਗੋਲਡ ਦੀ ਸਟੱਡੀ ਲੈ ਕੇ 10 ml ਲੈ ਕੇ ਇਹਨਾਂ ਨੇ ਦੇਖਿਆ ਕਿ ਕਿੰਨਾ ਚਾਹੀਦਾ ਹੋਊਗਾ, ਕਿੰਨਾ ਕੁ ਆਪਾਂ ਨੂੰ ਯੂਜ਼ ਹੋਊ, ਉਸ ਬੇਸ ਦੇ ਉੱਤੇ ਇਹਨਾਂ ਨੇ ਡੈਫੀਨੇਸ਼ਨ ਬਣਾਈ ਆ। ਹਾਂਜੀ, ਪ੍ਰੀਵੈਂਟ ਦਾ ਕਾਗੂਲੇਸ਼ਨ ਆਫ 10 ml ਆਫ ਗੋਲਡ ਸੋਲ ਵੈਨ 1 ml ਆਫ ਏ 10% ਸੋਲਿਊਸ਼ਨ
ऑफ एन इलैक्ट्रोलाइट, कोई भी इलैक्ट्रोलाइट ब्रैकेट च लिख लो NaCl, इन्होंने NaCl यूज़ किया सी, इज़ एडिड टू इट। कहने का भाव 10 ml गोल्ड सोल्यूशन, सॉरी हाँ 10 ml गोल्ड सोल्यूशन लैके उहदे च इन्होंने इलैक्ट्रोलाइट पाता, इलैक्ट्रोलाइट ने कागूलेशन करवानी सी, उस कागूलेशन नूं प्रिवेंट करन दे लई जिहड़ा मिनीमम अमाउंट ऑफ प्रोटैक्टिव कोलाइड चाहीदा होऊगा मिलीग्राम दे विच, ओह उहदा गोल्ड नंबर होऊगा। सिंपल लैंगुएज जी मैं तुहानूं दस्सां है ना, होप कि तुहानूं क्लीयर हो गया होऊगा। एक बारी फिर गोल्ड नंबर दे नाल आपां नूं प्रोटैक्शन दा पता चलदा है, प्रोटैक्शन बारे दसदा है। किहदी प्रोटैक्शन? कागूलेशन तो प्रोटैक्शन, कोलाइड दी। वो क्यों हुंदी सी कोलाइड, की प्रोटैक्शन करनी है कि वह कागूलेशन ना होवे। कागूलेशन क्यों हुंदी सी? बाय एडिंग इलैक्ट्रोलाइट, ठीक है। तो एक दूसरे नाल इंटरलिंक्ड ने। हाँ जी, उस तो बाद एक स्टार पॉइंट बना लो गोल्ड नंबर, है ना। गोल्ड नंबर की होगा कि जिन्ना घट चाहिए, दैट इज़ गोल्ड नंबर। लिखो गोल्ड नंबर दे विच तुसीं लिखोगे ग्रेटर विल बी द प्रोटैक्टिव पावर ऑफ द प्रोटैक्टिव कोलाइड, ठीक है जी। ग्रेटर विल बी द प्रोटैक्टिव पावर ऑफ द प्रोटैक्टिव कोलाइड, स्मॉलर विल बी इट्स गोल्ड नंबर। जिन्ना गोल्ड नंबर छोटा होगा, जिन्नी घट अमाउंट यूज़ होगी, उन्नी उहदी पावर, प्रोटैक्टिव पावर जिहड़ी हैगी है वध होगी, ठीक है जी। होप कि तुहानूं समझ आ गया होगा। उस तो बाद अपने कोले की आ जाती है, ये की सीगी अपनी सोल की स्टडी की है। सोल दे विच किहड़ी सोल की है? कोलाइडल दे विच 3 चीज़ां मेन कराइयां सी, सोल, इमल्शन ते जैल। ये किहदी स्टडी होगी? सोल दी होगी, सॉलिड प्रेजेंट इन लिक्विड। नैक्सट अपनी अज स्टडी करदा शुरू, थोड़ा जिहा पार्ट है इमल्शन। नैक्सट वन इज़ द इमल्शन। इमल्शन दे विच तुहानूं की दस्सिया सीगा कि जिहड़ा जदों बोथ डिस्पर्सड फेस ते डिस्पर्जन मीडियम बोथ की होणगे अपने कोले लिक्विड होणगे, उन्होंने इमल्शन कहांगे। तो लिखो जी इमल्शन काइंड ऑफ कोलाइडल सोल्यूशन इन विच बोथ डिस्पर्सड फेज एंड डिस्पर्जन मीडियम आर लिक्विड। तो ये अगे लिखोगे इमल्शन विल बी ऑफ 2 टाइप, वन इज़ ऑयल इन वाटर, सैकेंड वन इज़ द वाटर इन ऑयल। ऑयल इन वाटर तो वाटर इन ऑयल दे विच की होएगा, जिद्दां आपां गल करदे हां वाटर ते दूसरा हैगा वाटर इन ऑयल। ये 2 टाइप की होगी, नाम तो पता चल रहा है। फर्स्ट वन ऑयल इन वाटर दे विच तुसीं लिखोगे वैन डिस्पर्जन मीडियम इज़ वाटर बट डिस्पर्सड फेज की होएगा ऑयल होएगा। ये तुसीं सिंपल जी जिहड़ी हैगी एग्जाम्पल मिल्क, टू मच इंपॉर्टेंट है। मिल्क जिहड़ी इहदी कॉमन एग्जाम्पल है। मिल्क दे विच हुंदा की है, सालूबल फैट्स जिहड़ियां हुंदियां, इहनूं ऑयल कह दिंदे आ, जे आपां घिओ कह दिंदे आ ना, तेल कह दिंदे आ। सालूबल फैट डिजोल्व इन वाटर हुंदा, वो मिल्क हुंदा, ठीक है जी। इहदी एग्जाम्पल लिख सकते हो तुसीं। दूसरा जिहड़ा वाटर इन ऑयल जिहड़ा हैगा, इहदे विच डिस्पर्जन मीडियम की होएगा ऑयल होएगा, फैट्स होणगे। ਤਾਂ डिस्पर्सड फेज ये की होएगा वाटर होएगा जी, क्लीयर है जी। तो यदी एग्जाम्पल जिमें तुसीं वाटर कह सकते हो, वाटर यदी एग्जाम्पल है ना। तो एक ये नैक्सट इमल्शन दे विच बड़ा इंपॉर्टेंट है, एक हुंदा हैगा इमल्सीफाइंग एजेंट ते रोल ऑफ इमल्सीफायर। 2 चीज़ां इंपॉर्टेंट ने, 2 डेफिनेशन ही ने। ये तुसीं लिख सकते हो इमल्सीफाइंग एजेंट की हुंदा सब तो पहला, जां इमल्सीफायर हुंदा की है। लिख लो द सबसटांस विच आर एडिड टू स्टेबलाइज, द सबसटांस विच आर एडिड टू स्टेबलाइज द इमल्शन आर नोन एज इमल्सीफायर जां इमल्सीफाइंग जिहड़ा हैगा एजेंट हो गया। स्टेबलाइज किवें करदे आ, उही जिवें सोल नूं कीता सी स्टेबलाइज, उही चीज़ इत्थे आ गई, बस नाम बदले ने, होर कुछ नहीं हैगा। उस तो बाद रोल ऑफ इमल्सीफायर किद्दां ये काम करदा है, किद्दां वर्किंग किवें करदा है। ਇਹਦੇ 'ਚ ਕੀ ਹੁੰਦਾ ਰੋਲ ਆਫ ਇਮਲਸੀਫਾਇਰ ਦਾ। ਇਹਦੇ 'ਚ ਲਿਖੋ ਤੁਸੀਂ ਰੋਲ ਆਫ ਇਮਲਸੀਫਾਇਰ ਦੇ ਵਿੱਚ ਆਪਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਅਨਸਟੇਬਲ ਹੁੰਦੀਆਂ ਇਮਲਸ਼ਨਸ, ਹੈ ਨਾ। ਇਹਨੂੰ ਲਿਖੀ ਲਓ, ਦ ਇਮਲਸ਼ਨਸ ਆਰ ਜਨਰਲੀ ਅਨਸਟੇਬਲ ਐਂਡ ਆਰ ਸਟੇਬਲਾਈਜ਼ਡ ਬਾਈ ਦ ਐਡਿੰਗ ਆਫ ਸੁਟੇਬਲ ਇਮਲਸੀਫਾਇਰ। ਦ ਸਟੇਬਲਾਈਜੇਸ਼ਨ ਆਫ ਐਨ ਇਮਲਸ਼ਨ ਬਾਈ ਮੀਨ ਆਫ ਇਮਲਸੀਫਾਇਰ ਇਜ਼ ਨੋਨ ਐਜ਼ ਇਮਲਸੀਫਿਕੇਸ਼ਨ। ਇਹਨੂੰ ਇਮਲਸੀਫਿਕੇਸ਼ਨ ਕਹਿੰਦੇ ਆ। ਸਟੇਬਲਾਈਜ਼ ਕਿਵੇਂ ਕਰਦਾ, ਤਾਂ ਮੇਨ ਫੰਕਸ਼ਨ ਇਹਦਾ ਹੁੰਦਾ ਕੀ ਹੈ, ਇਹ ਜਿਹੜੀਆਂ ਆਪਸ ਦੇ ਵਿੱਚ ਲਿਕੁਇਡ ਦੀਆਂ
ਜਿਹੜੀਆਂ +1 'ਚ ਆਪਾਂ ਪੜ੍ਹਿਆ ਹੋਏਗਾ ਸਰਫੇਸ ਟੈਂਸ਼ਨ ਹੁੰਦਾ ਹੈ, ਆਪਸ ਦੇ ਵਿੱਚ ਜਿਹੜੀਆਂ ਲੇਅਰਸ ਦਾ ਆਪਸ 'ਚ ਫ੍ਰਿਕਸ਼ਨ ਹੁੰਦਾ ਹੈਗਾ ਉਹਨੂੰ ਘੱਟ ਕਰਦਾ ਹੈ, ਇਹਦਾ ਮੇਨ ਰੋਲ ਹੈ। ਤੁਹਾਨੂੰ ਲਿਖੋ ਦਾ ਮੇਨ ਫੰਕਸ਼ਨ ਆਫ ਇਮਲਸੀਫਾਇਰ ਟੂ ਰਿਡਿਊਸ ਦਾ ਇੰਟਰਫੇਸ਼ੀਅਲ ਟੈਂਸ਼ਨ ਬਿਟਵੀਨ ਦਾ ਟੂ ਲੇਅਰ ਆਫ ਲਿਕੁਇਡਸ ਵਿਚ ਆਰ ਫਾਰਮਿੰਗ ਇਮਲਸ਼ਨ। ਠੀਕ ਹੈ ਜੀ। ਜਨਰਲੀ ਕੀ ਹੁੰਦੇ ਨੇ ਇਮਲਸੀਫਾਇਰ ਜਿਹੜੇ ਹੈਗੇ ਨੇ ਲੌਂਗ ਚੇਨ ਮੋਲੀਕਿਊਲ ਹੁੰਦੇ ਨੇ, ਉਹ ਤਾਂ ਕਾਰਬਨ ਦੀ ਫੈਟੀ ਚੇਨਸ ਹੁੰਦੀਆਂ ਨੇ ਪੋਲਰ ਗਰੁੱਪ ਦੇ ਨਾਲ, ਜਿਵੇਂ ਆਪਾਂ ਉਹਦੇ 'ਚ ਕੀਤਾ ਸੀਗਾ ਕਲੀਨਜ਼ਿੰਗ ਐਕਸ਼ਨ ਆਫ ਸੋਪ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਲੌਂਗ ਚੇਨ ਤੇ ਨਾਲ ਪੋਲਰ ਹੈਡ ਨਾਨ ਪੋਲਰ ਹੈਡ, ਉਹ ਸਾਰਾ ਇਮਲਸ਼ਨ ਦੇ ਵਿੱਚ ਆ ਜਾਂਦਾ ਜੀ। ਠੀਕ ਹੈ ਜੀ। ਇਮਲਸ਼ਨ ਤੁਹਾਡੇ ਸਿਲੇਬਸ 'ਚ ਇੰਨੀ ਕੀ ਸੀਗੀ, ਇਸ ਤੋਂ ਜ਼ਿਆਦਾ ਨਹੀਂ ਹੈਗੀ ਇਮਲਸ਼ਨ। ਉਸ ਤੋਂ ਬਾਅਦ ਆਪਣੇ ਕੋਲੇ ਲਾਸਟ ਜਿਹੜਾ ਟੌਪਿਕ ਬਚ ਜਾਂਦਾ ਹੈਗਾ ਇਹਦਾ, ਇਸ ਚੈਪਟਰ ਦਾ ਜਿਹੜਾ ਸੈਕੰਡ ਲਾਸਟ ਟੌਪਿਕ ਹੈ, ਉਸ ਤੋਂ ਬਾਅਦ ਐਪਲੀਕੇਸ਼ਨ ਹੈਗੀਆਂ। ਨੈਕਸਟ ਟੌਪਿਕ ਇਜ਼ ਦਾ ਜੈਲ। ਸੋਲ ਦੇ ਵਿੱਚ ਤੀਸਰੀ ਚੀਜ਼ ਮੈਂ ਤੁਹਾਨੂੰ ਕੀ ਕਰਾਈ ਸੀਗੀ ਇੱਕ ਕੋਲਾਈਡਲ ਸੋਲੂਸ਼ਨ 'ਚ, ਸੋਲ, ਇਮਲਸ਼ਨ ਤੇ ਜੈਲ। ਇਮਲਸ਼ਨ ਤੇ ਜੈਲ ਤੁਹਾਡੀ ਸਿਰਫ ਇੰਟਰੋਡਕਸ਼ਨ ਹੈ, ਥੋੜ੍ਹਾ ਹੀ ਹੈ, ਤੇ ਸੋਲ ਕਾਫੀ ਸੀਗੀ। ਨੈਕਸਟ ਆਪਾਂ ਜੈਲ ਪੜ੍ਹਦੇ ਹਾਂ। ਜੈਲ ਕੀ ਹੈ? ਕੋਲਾਈਡਲ ਸੋਲੂਸ਼ਨ ਹੈ ਨਾ, ਜਿਹਦੇ ਵਿੱਚ ਸੋਲ ਦੇ ਆਪੋਜ਼ਿਟ, ਸੋਲ 'ਚ ਸੋਲਿਡ ਪ੍ਰੈਜੈਂਟ ਇਨ ਲਿਕੁਇਡ ਸੀ, ਲਿਕੁਇਡ ਪ੍ਰੈਜੈਂਟ ਇਨ ਸੋਲਿਡ ਹੈ। ਜੈਲ ਮਤਲਬ ਲਿਕੁਇਡ ਪ੍ਰੈਜੈਂਟ ਇਨ ਸੋਲਿਡ। ਵੈਨ ਇਹਦੇ 'ਚ ਫਿਰ ਕੀ ਲਿਖੋਗੇ? ਡਿਸਪਰਜ਼ਨ ਮੀਡੀਅਮ ਇਜ਼ ਸੋਲਿਡ, ਡਿਸਪਰਜ਼ਡ ਫੇਜ਼ ਇਜ਼ ਲਿਕੁਇਡ। ਉਹਨੂੰ ਆਪਾਂ ਕੀ ਕਹਾਂਗੇ? ਜੈਲ ਕਹਾਂਗੇ। ਜਿਹੜਾ ਇਹਦਾ ਪ੍ਰੋਸੈਸ ਹੈ ਜੈਲ ਬਣਨ ਦਾ, ਉਹਨੂੰ ਜੈਲੇਟਿਨ ਜਾਂ ਜੈਲੇਸ਼ਨ ਵੀ ਕਹਿ ਦਿੰਦੇ ਨੇ, ਹੈ ਨਾ। The process of gel formation is known as gelation and the colloidal system formed is known as gel। ਮੇਨ ਜਿਹੜੀ ਬਣ ਜਾਂਦੀ ਹੈ ਜੈਲ, ਜਿਹੜੀ 2 ਟਾਈਪ ਦੀ ਹੋਏਗੀ। ਵਨ ਇਜ਼ ਦਾ ਇਲਾਸਟਿਕ ਜੈਲ, ਸੈਕੰਡ ਵਨ ਇਜ਼ ਦਾ ਨਾਨ ਇਲਾਸਟਿਕ ਜੈਲ। ਇਲਾਸਟਿਕ ਜੈਲ ਨਾਮ ਤੋਂ ਹੀ ਪਤਾ ਚੱਲ ਰਿਹਾ, ਵੈਨ ਜੈਲ ਕੰਟੇਨ ਏ ਪ੍ਰੋਪਰਟੀ ਆਫ ਇਲਾਸਟਿਸਿਟੀ, ਉਹਨੂੰ ਇਲਾਸਟਿਕ ਜੈਲ ਕਹਿ ਦਾਂਗੇ ਆਪਾਂ। ਹਾਂਜੀ, ਐਗਜ਼ਾਮਪਲ ਇਹਦੀ ਅਗਰ ਜਿਹੜਾ ਆਪਾਂ ਸਾਲਟ ਬ੍ਰਿਜ ਦੇ ਵਿੱਚ ਕੀਤਾ ਸੀਗਾ, ਅਗਰ ਨਾਮ ਦਾ ਜਿਹੜਾ ਜੈਲੀ ਲਾਈਕ ਮਟੀਰੀਅਲ, ਉਹ ਹੋ ਗਿਆ। ਤੇ ਜੈਲੇਟਿਨ ਜੈਲੀ ਹੁੰਦੀ ਹੈ ਇੱਕ, ਠੀਕ ਹੈ, ਉਹ ਵੀ। ਸੈਕੰਡ ਵਨ ਇਜ਼ ਦਾ ਨਾਨ ਇਲਾਸਟਿਕ ਜੈਲ। ਨਾਨ ਇਲਾਸਟਿਕ ਦੇ ਵਿੱਚ ਵੈਨ ਜੈਲ ਜਿਹੜੀ ਹੈਗੀ ਹੈ ਉਹਦੇ 'ਚ ਪ੍ਰੋਪਰਟੀ ਨਾ ਹੋਵੇ, ਠੀਕ ਹੈ, ਰਿਜ਼ਿਡ ਹੋਵੇ, ਡੂ ਨਾਟ ਹੈਵ ਪ੍ਰੋਪਰਟੀ ਆਫ ਇਲਾਸਟਿਸਿਟੀ, ਉਹਨੂੰ ਕਹਾਂਗੇ ਨਾਨ ਇਲਾਸਟਿਕ ਜੈਲ ਕਹਾਂਗੇ। ਐਗਜ਼ਾਮਪਲ ਜਿਵੇਂ ਸਿਲੀਕਾ ਜੈਲ ਦੀ ਤੁਸੀਂ ਐਗਜ਼ਾਮਪਲ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਇਹਦੇ ਨਾਲ ਜੈਲ ਵੀ ਖਤਮ ਹੋ ਗਈ। ਨੈਕਸਟ ਟੌਪਿਕ ਜਿਹੜਾ ਹੈਗਾ ਉਹ ਐਪਲੀਕੇਸ਼ਨ ਆਫ ਕੋਲਾਈਡ ਹੈ। ਇਹ ਟੌਪਿਕ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਹੈ, ਇਹਦੇ 'ਚ ਤੁਹਾਨੂੰ ਮੈਂ 6 ਐਪਲੀਕੇਸ਼ਨ ਕਰਾਉਣੀਆਂ ਕੋਲਾਈਡ ਦੀਆਂ। 6 ਦੇ ਵਿੱਚੋਂ ਹਰ ਦੇ ਐਗਜ਼ਾਮ 'ਚ ਘੱਟੋ ਘੱਟ 2 ਐਪਲੀਕੇਸ਼ਨ ਆਉਣਗੀਆਂ। ਕਾਫੀ ਇੰਪੋਰਟੈਂਟ ਹੈ। 3-3 ਨੰਬਰ ਤੱਕ ਦੀ ਇੱਕ ਐਪਲੀਕੇਸ਼ਨ ਆ ਜਾਂਦੀ ਹੈ, ਅਤੇ 1.5 ਨੰਬਰ ਦੀ ਤਾਂ ਆਮ ਹੀ ਆਉਂਦੀ ਹੈ। ਠੀਕ ਹੈ ਜੀ। ਅਤੇ ਇਹ ਤੁਹਾਨੂੰ ਨੈਕਸਟ ਟੌਪਿਕ ਦੇ ਵਿੱਚ, ਨੈਕਸਟ ਲੈਕਚਰ ਦੇ ਵਿੱਚ ਕਵਰ ਕਰਾਊਂਗਾ, ਅਤੇ ਇਹਦੀ ਤਿਆਰੀ ਸ਼ੁਰੂ ਕਰ ਲਓ। ਨੈਕਸਟ ਜਿਹੜਾ ਹੈਗਾ ਆਪਣਾ ਇਹਦਾ ਟੈਸਟ ਹੋਣਾ ਹੈ। ਹੋਪ ਕਿ ਅੱਜ ਦਾ ਲੈਕਚਰ ਪ੍ਰੋਪਰ ਸਮਝ ਆ ਗਿਆ ਹੋਊਗਾ। ਆਲ ਦਾ ਬੈਸਟ।